ਜਦੋਂ ਬੇਰੁਜ਼ਗਾਰ ਅਧਿਆਪਕ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਪ੍ਰਦਰਸ਼ਨ ਕਰ ਰਹੇ ਸੀਗੇ, ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਤੂੰ ਕੇ ਕੁੜੀਆਂ ਦੀ ਚੁੰਨੀਆਂ ਲਾਹੀਆਂ ਗਈਆਂ, ਮੁੰਡਿਆਂ ਦੀਆਂ ਜਿਹੜੀ ਸ਼ਰਟਾਂ ਪਾੜੀਆਂ ਗਈਆਂ, ਡਾਂਗਾਂ ਨਾਲ ਕੁੱਟਿਆ ਗਿਆ, ਇਸ ਤਰੀਕੇ ਨਾਲ ਨਿਸ਼ਾਨ ਪਾਏ ਗਏ। ਉਹ ਕਿਉਂ? ਉਹ ਰੁਜ਼ਗਾਰ ਮੰਗਦੇ ਸੀ, ਉਹ ਪੜ੍ਹੇ ਲਿਖੇ ਸੀ, ਉਹ ਬੀਐਡ ਟੈਟ ਪਾਸ ਕੀਤਾ ਹੋਇਆ ਸੀ ਉਹਨਾਂ ਦਾ। ਉਹ ਕਹਿੰਦੇ ਸਾਨੂੰ ਟੀਚਰ ਲਾਓ, ਅਸੀਂ ਗਰੀਬਾਂ ਦੇ ਵਿਦਿਆਰਥੀਆਂ ਨੂੰ, ਪਿੰਡਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਵਾਂਗੇ। ਅਸੀਂ ਵੀ ਉਹੀ ਜੀ ਮੰਗ ਕਰ ਰਹੇ ਹਾਂ। ਖੇਤੀਬਾੜੀ ਅਫਸਰਾਂ ਦੀਆਂ ਜਿਹੜੀਆਂ ਭਰਤੀਆਂ ਨੇ ਲੰਮੇ ਸਮੇਂ ਤੋਂ ਪਿਛਲੀ ਸਰਕਾਰ ਨੇ ਵੀ ਬਹੁਤ ਲਾਰੇ ਲਾਏ, ਪਰ ਉਹ ਭਰਤੀਆਂ ਨਹੀਂ ਕੱਢੀਆਂ ਗਈਆਂ ਜੀ। ਪਹਿਲਾਂ ਕੈਪਟਨ ਸਾਹਿਬ ਨੇ ਸਾਨੂੰ ਲਾਰਿਆਂ ਦੇ ਵਿੱਚ ਰੱਖਿਆ, ਉਸ ਤੋਂ ਬਾਅਦ ਸਰਦਾਰ ਚਰਨਜੀਤ ਸਿੰਘ ਚੰਨੀ ਕੋਲੇ ਪਾਵਰ ਆਈ, ਉਹਨਾਂ ਨੇ ਵੀ ਸਾਨੂੰ ਲਾਰਿਆਂ ਦੇ ਵਿੱਚ ਰੱਖਿਆ। ਉਸ ਤੋਂ ਬਾਅਦ ਹੁਣ ਇਹ ਸਰਕਾਰ ਵੀ ਸਾਨੂੰ ਲਾਰਿਆਂ ਦੇ ਵਿੱਚ ਹੀ ਰੱਖ ਰਹੀ ਆ। ਤਾਂ ਅੱਜ ਸਰਕਾਰ ਨੂੰ 3-4 ਮਹੀਨੇ ਬਣੀ ਨੂੰ ਹੋ ਗਿਆ, ਤਾਂ ਫਿਰ ਕੋਈ ਵੀ ਉਹਨਾਂ ਦਾ ਇਹਦੇ ਮੁਤਾਬਕ ਕੋਈ ਨੋਟੀਫਿਕੇਸ਼ਨ ਦਾ ਵੀ ਬਿਆਨ ਨਹੀਂ ਆਇਆ। ਬੇਰੁਜ਼ਗਾਰੀ ਹੈ ਉਹ ਪੰਜਾਬ ਦਾ ਸਭ ਤੋਂ ਵੱਡਾ ਦੁੱਖ ਹੈ। ਪੰਜਾਬ ਦੇ ਨੌਜਵਾਨ ਕਿਉਂ ਵਿਦੇਸ਼ਾਂ ਨੂੰ ਜਾਣ ਜੇ ਇੱਥੇ ਉਹਨਾਂ ਨੂੰ ਰੁਜ਼ਗਾਰ ਦੇ ਪ੍ਰੋਪਰ ਸਾਧਨ ਮਿਲਣ। ਪੰਜਾਬ ਸਰਕਾਰ ਜਿਹੜੀ ਵੋਟਾਂ 'ਚ ਕਹਿੰਦੀ ਹੁੰਦੀ ਸੀਗੀ ਕਿ ਮਤਲਬ ਅਸੀਂ ਖੇਤੀਬਾੜੀ ਮਾਸਟਰ ਰੱਖਾਂਗੇ, ਅਸੀਂ 2-2 3-3 ਇੱਕ ਪਿੰਡ 'ਚ ਰੱਖਾਂਗੇ, ਯਾਨੀ ਕਿ ਕਹਿਣਾ ਸੌਖਾ। ਅਸੀਂ ਜਦੋਂ ਵਿਦਿਆਰਥੀ ਹੱਕ ਮੰਗਦੇ ਆ ਤਾਂ ਸਰਕਾਰ ਉਹਨੂੰ ਅਣਗੌਲਿਆ ਕਰਦੀ ਆ। ਇੱਥੇ ਸਿਰਫ ਇੱਥੇ ਹੀ ਹੋ ਰਿਹਾ ਇਹ ਪੰਜਾਬ ਵਿੱਚ ਸਾਰੇ ਕਿਤੇ ਹੋ ਰਿਹਾ। ਸਾਰੇ ਡਿਪਾਰਟਮੈਂਟਾਂ 'ਚ ਹੀ ਸਰਕਾਰ ਦੀ ਪਾਲਿਸੀ ਹੈ ਵੀ ਜਿਹੜੀ ਖਾਲੀ ਪਈਆਂ ਅਸਾਮੀਆਂ ਖਤਮ ਕਰ ਦਿਓ, ਅਸਾਮੀਆਂ ਨੂੰ ਖਾਲੀ ਰੱਖੋ ਵੱਧ ਤੋਂ ਵੱਧ। ਸਰਕਾਰ ਸਿਰਫ ਪ੍ਰੈਸ ਬਿਆਨ ਦੇਣ ਵਾਸਤੇ ਨਹੀਂ ਬਣੀ, ਸਰਕਾਰ ਸਿਰਫ ਵਿਧਾਨ ਸਭਾ ਦੇ ਵਿੱਚ ਚੀਕਾ ਰੌਲੀ ਪਾਉਣ ਵਾਸਤੇ ਨਹੀਂ ਬਣੀ। ਸਰਕਾਰ ਦਾ ਕੋਈ ਕੰਮ ਹੁੰਦਾ, ਜ਼ਿੰਮੇਵਾਰੀ ਹੁੰਦਾ। 2000 ਤੋਂ 2500 ਸਟੂਡੈਂਟ ਜਿਹੜਾ ਹੈਗਾ, ਜਿਹੜਾ BSc ਐਗਰੀਕਲਚਰ ਪਾਸ ਆਊਟ ਹੈਗਾ, ਉਹ ਬੇਰੁਜ਼ਗਾਰ ਤੁਰਿਆ ਫਿਰਦਾ ਹੈ। ਸਿਰਫ ਜਿਨ੍ਹਾਂ ਦੀ ਇੱਕ ਹੀ ਉਮੀਦ ਹੈ ਵੀ ਇਹ ਖਾਲੀ ਸਾਹਮਣੇ। ਲੁਧਿਆਣਾ ਲਾਈਵ ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਇਸ ਵੇਲੇ ਮੌਜੂਦ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ, ਔਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਲੋਂ ਪੱਕਾ ਧਰਨਾ ਅੱਜ ਤੋਂ ਲਗਾ ਦਿੱਤਾ ਗਿਆ। ਤਸਵੀਰਾਂ ਤੁਹਾਡੇ ਸਾਹਮਣੇ ਹਨ, ਤੁਸੀਂ ਵੇਖ ਸਕਦੇ ਹੋ। ਐਗਰੀਕਲਚਰ ਯੂਨੀਵਰਸਿਟੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਜਿਸ 'ਤੇ ਕਿ ਨਾ ਕੇਵਲ ਕੱਲਾ ਪੰਜਾਬ ਬਲਕਿ ਆਲੇ ਦੁਆਲੇ ਦੀਆਂ ਸਟੇਟਾਂ ਵੀ ਡਿਪੈਂਡ ਕਰਦੀਆਂ, ਉੱਥੋਂ ਦੇ ਵਿਦਿਆਰਥੀ ਇੱਕ ਵਾਰ ਪੱਕਾ ਧਰਨਾ ਲਗਾ ਚੁੱਕੇ ਨੇ। ਤਸਵੀਰਾਂ ਤੁਹਾਡੇ ਸਾਹਮਣੇ ਹਨ, ਤੁਸੀਂ ਵੇਖ ਸਕਦੇ ਹੋ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਟੂਡੈਂਟਸ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠ ਚੁੱਕੇ ਨੇ। ਹਾਲਾਂਕਿ ਕੁਝ ਦਿਨ ਪਹਿਲਾਂ ਵੈਟਰਨਰੀ ਯੂਨੀਵਰਸਿਟੀ ਗੜਵਾਸੂ ਯੂਨੀਵਰਸਿਟੀ ਦੇ ਵੱਲੋਂ ਜਿਹੜੇ ਵਿਦਿਆਰਥੀ ਸੀਗੇ, ਉਹਨਾਂ ਦੇ ਵੱਲੋਂ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਸੀ, ਉਹ ਸਰਕਾਰ ਦੇ ਵੱਲੋਂ ਮੰਨਣ ਤੋਂ ਬਾਅਦ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਟੂਡੈਂਟਸ ਇੱਕ ਵਾਰ ਫਾਰਮ 'ਚ ਦਿਖਾਈ ਦੇ ਰਹੇ ਨੇ, ਧਰਨੇ ਦੇ ਉੱਤੇ ਆ ਕੇ ਬੈਠ ਚੁੱਕੇ ਨੇ। ਪੱਕਾ ਧਰਨਾ ਇਹਨਾਂ ਦੇ ਵੱਲੋਂ ਲਗਾਇਆ ਜਾ ਚੁੱਕਾ ਹੈ। ਚੱਲਦੇ ਆ ਵਿਦਿਆਰਥੀਆਂ ਦੇ ਕੋਲੋਂ, ਔਰ ਉਹਨਾਂ ਦੀਆਂ ਕੀ ਮੰਗਾਂ ਨੇ ਉਹ ਵੀ ਜਾਣਕਾਰੀ ਉਹਨਾਂ ਦੀ ਲੈ ਲੈਂਦੇ ਆ। ਸਟੂਡੈਂਟਸ ਇੱਕ ਵਾਰ ਧਰਨੇ ਤੇ ਬੈਠ ਚੁੱਕੇ ਨੇ, ਕੀ ਮੰਗਾਂ ਨੇ ਸਰ? ਮੰਗਾਂ ਇਹ ਹੈ ਜੀ, ਖੇਤੀਬਾੜੀ ਅਫਸਰਾਂ ਦੀਆਂ ਜਿਹੜੀਆਂ ਭਰਤੀਆਂ ਨੇ ਲੰਮੇ ਸਮੇਂ ਤੋਂ ਪਿਛਲੀ ਸਰਕਾਰ ਨੇ ਵੀ ਬਹੁਤ ਲਾਰੇ ਲਾਏ, ਪਰ ਉਹ ਭਰਤੀਆਂ ਨਹੀਂ ਕੱਢੀਆਂ ਗਈਆਂ ਜੀ। ਖਾਲੀ ਅਸਾਮੀਆਂ ਬਹੁਤ ਪਈਆਂ ਨੇ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਤੇ ਇਸੇ ਲਈ ਜਿਹੜੀ ਸਭ ਤੋਂ ਜ਼ਿਆਦਾ ਇਸ ਟਾਈਮ ਲੋੜ ਆ ਉਹ ਖੇਤੀਬਾੜੀ ਅਫਸਰਾਂ ਦੀ, ਖੇਤੀਬਾੜੀ ਵਿਭਾਗ ਦੇ ਜਿਹੜੇ ਖਾਲੀ ਅਸਾਮੀਆਂ ਪਈਆਂ ਉਹਨਾਂ ਨੂੰ ਭਰਨ ਦੀ ਲੋੜ ਹੈ। ਤਾਂ ਸਾਡੀ ਮੰਗ ਇਹੀ ਹੈ ਵੀ ਜਿੰਨੇ ਵੀ ਜਿਹੜੇ ਖੇਤੀਬਾੜੀ ਵਿਭਾਗ ਦੇ ਵਿੱਚ ਖਾਲੀ ਅਸਾਮੀਆਂ ਉਹਨਾਂ ਨੂੰ ਭਰਿਆ ਜਾਵੇ। ਕਿ ਭਗਵੰਤ ਮਾਨ ਜਿਹੜੇ ਸਾਡੇ ਮੌਜੂਦਾ CM ਨੇ, ਉਹਨਾਂ ਨੇ ਇਹ ਅਨਾਉਂਸ ਕੀਤਾ ਸੀਗਾ ਕਿ ਅਸੀਂ ਜਿਹੜੇ BSc ਐਗਰੀਕਲਚਰ ਵਾਲੇ ਤੇ MSc ਐਗਰੀਕਲਚਰ ਵਾਲੇ ਵਿਦਿਆਰਥੀ ਆ ਉਹਨਾਂ ਨੂੰ ਅਸੀਂ ਭਰਤੀ ਕਰਾਂਗੇ, ਪਰ ਉਹਨਾਂ ਨੇ ਹਜੇ ਉਹ ਆਪਣੇ ਵਾਅਦੇ ਤੇ 1% ਵੀ ਪੂਰਾ ਨਹੀਂ ਨਿੱਤਰਿਆ। ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਜੋ ਵੀ ਵਾਅਦੇ ਕੀਤੇ ਆ ਖੇਤੀਬਾੜੀ ਵਿਦਿਆਰਥੀਆਂ ਨੂੰ ਉਹ ਪੂਰੇ ਕਰਨ, ਤੇ ਖੇਤੀਬਾੜੀ ਵਿਭਾਗ 'ਚ ਜਿੰਨੀਆਂ ਵੀ ਅਸਾਮੀਆਂ ਖਾਲੀ ਪਈਆਂ ਨੇ ਉਹਨਾਂ ਨੂੰ ਕੱਢਿਆ ਜਾਵੇ, ਭਰਿਆ ਜਾਵੇ, ਤਾਂ ਜੋ ਜਿਹੜੇ ਪੰਜਾਬ ਦੇ ਜਿਹੜੇ ਨੌਜਵਾਨ ਉਹਨਾਂ ਨੂੰ ਰੁਜ਼ਗਾਰ ਮਿਲੇ। ਭਾਜੀ ਤੁਹਾਡਾ ਸ਼ੁਭ ਨਾਮ? ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ। ਤੁਸੀਂ ਇੱਥੇ ਕਿਹੜੇ ਡਿਪਾਰਟਮੈਂਟ 'ਚ? ਮੈਂ ਇੱਥੇ ਪਲਾਂਟ ਪੈਥੋਲੋਜੀ ਡਿਪਾਰਟਮੈਂਟ ਦੇ ਵਿੱਚ ਹੀ PhD ਕੀਤੀ ਹੋਈ ਹੈ ਮੇਰੀ। ਇਹ ਕਿੰਨੇ ਦੇਰ ਤੋਂ ਇਹ ਡਿਮਾਂਡ ਹੈ ਜਿਹੜੀ ਤੁਹਾਡੀ ਚੱਲ ਰਹੀ ਹੈ? ਇਹ ਜੀ ਜਦੋਂ ਕਾਂਗਰਸ ਸਰਕਾਰ ਦੇ ਵਿੱਚ ਕੈਪਟਨ ਸਰਕਾਰ ਦਾ ਰਾਜ ਹੁੰਦਾ ਸੀ, ਉਸ ਵੇਲੇ ਤੋਂ ਸਰਕਾਰ ਡਿਮਾਂਡ ਚੱਲਦੀ ਪਈ ਆ। ਪਹਿਲਾਂ ਕੈਪਟਨ ਸਾਹਿਬ ਨੇ ਸਾਨੂੰ ਲਾਰਿਆਂ ਦੇ ਵਿੱਚ ਰੱਖਿਆ, ਉਸ ਤੋਂ ਬਾਅਦ ਸਰਦਾਰ ਚਰਨਜੀਤ ਸਿੰਘ ਚੰਨੀ ਕੋਲੇ ਪਾਵਰ ਆਈ, ਉਹਨਾਂ ਨੇ ਵੀ ਸਾਨੂੰ ਲਾਰਿਆਂ ਦੇ ਵਿੱਚ ਰੱਖਿਆ। ਉਸ ਤੋਂ ਬਾਅਦ ਹੁਣ ਇਹ ਸਰਕਾਰ ਵੀ ਸਾਨੂੰ ਲਾਰਿਆਂ ਦੇ ਵਿੱਚ ਹੀ ਰੱਖ ਰਹੀ ਆ। ਹੁਣ ਤੱਕ ਇਹਨਾਂ ਵੱਲੋਂ ਸਾਨੂੰ ਕੋਈ ਵੀ ਪੋਜ਼ਿਟਿਵ ਰਿਸਪੌਂਸ ਨਹੀਂ ਆਇਆ। ਕਿੰਨੀਆਂ ਅਸਾਮੀਆਂ ਖਾਲੀ ਪਈਆਂ ਨੇ? ਅਸਾਮੀਆਂ ਤਾਂ ਹੀ ਲਗਭਗ ਹਜ਼ਾਰਾਂ ਦੇ ਵਿੱਚ ਹੀ ਖਾਲੀ ਪਈਆਂ ਨੇ, ਪਰ ਸਾਨੂੰ ਜੋ ਉਮੀਦ ਹੈ, ਜੋ ਪਿਛਲੇ ਸਰਕਾਰ ਨੇ ਸਾਨੂੰ ਉਮੀਦ ਦਿੱਤੀ ਸੀ, ਉਹ 150 ਤੋਂ 200 ਅਸਾਮੀਆਂ ਦੀ ਸਾਨੂੰ ਉਮੀਦ ਦਿੱਤੀ ਸੀ, ਪਰ ਉਹਨਾਂ ਦੇ ਵਿੱਚੋਂ ਇੱਕ ਵੀ ਅਸਾਮੀ ਹਜੇ ਤੱਕ ਨਹੀਂ ਆਈ। ਇਸ ਵੇਲੇ ਟੋਟਲ ਸਟਰੈਂਥ ਕਿੰਨੀ ਹੈ ਸਟੂਡੈਂਟਸ ਦੀ? ਇਸ ਵੇਲੇ ਟੋਟਲ ਸਟਰੈਂਥ 2000 ਤੋਂ 2500 ਸਟੂਡੈਂਟ ਜਿਹੜਾ ਹੈਗਾ, ਜਿਹੜਾ BSc ਐਗਰੀਕਲਚਰ ਪਾਸ ਆਊਟ ਹੈਗਾ, ਉਹ ਬੇਰੁਜ਼ਗਾਰ ਤੁਰਿਆ ਫਿਰਦਾ ਹੈ। ਸਿਰਫ ਜਿਨ੍ਹਾਂ ਦੀ ਇੱਕ ਹੀ ਉਮੀਦ ਹੈ ਵੀ ਇਹ ਖਾਲੀ ਅਸਾਮੀਆਂ ਭਰੀਆਂ ਜਾਣ। ਸੋ ਤੁਸੀਂ ਵੇਖ ਸਕਦੇ ਹੋ ਐਗਰੀਕਲਚਰ ਯੂਨੀਵਰਸਿਟੀ ਦੇ ਸਟੂਡੈਂਟਸ ਇੱਕ ਵਾਰ ਪੱਕੇ ਧਰਨੇ ਤੇ ਬੈਠ ਚੁੱਕੇ ਨੇ। ਹਾਲਾਂਕਿ ਕੁਝ ਦਿਨ ਬੀਤੇ ਆ ਜਦੋਂ ਕਿ ਗੜਵਾਸੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵੀ ਆਪਣੀਆਂ ਮੰਗਾਂ ਰੱਖੀਆਂ ਗਈਆਂ ਸੀ। ਉਹਨਾਂ ਨੇ ਆਪਣੇ
ਜਿਹੜੇ ਇੰਟਰਨਸ਼ਿਪ ਅਲਾਉਂਸਸ ਦੀ ਡਿਮਾਂਡ ਰੱਖੀ ਸੀ ਉਹ ਸਰਕਾਰ ਨੇ ਹਾਲਾਂਕਿ ਅਪਰੂਵ ਕਰਤੀ ਹੈ। ਹੋਰ ਸਟੂਡੈਂਟਸ ਕੋਲ ਚੱਲਦੇ ਹਾਂ, ਐਗਰੀਕਲਚਰ ਯੂਨੀਵਰਸਿਟੀ ਦੇ ਸਟੂਡੈਂਟਸ ਕੋਲੇ ਔਰ ਜਾਣਕਾਰੀ ਲੈ ਲੈਂਦੇ ਹਾਂ। ਕੀ ਸ਼ੁਭ ਨਾਮ ਹੈ ਤੁਹਾਡਾ? ਮੇਰਾ ਨਾਮ ਜਸ਼ਨਦੀਪ ਸਿੰਘ ਕੰਗ ਹੈ ਜੀ। ਕਿਹੜੀ ਡਿਪਾਰਟਮੈਂਟ? ਮੈਂ ਐਗਰੋਮੈਟ ਡਿਪਾਰਟਮੈਂਟ 'ਚ ਆਰਐਫ ਲੱਗਾ ਹੋਇਆ ਜੀ ਇੱਥੇ। ਕੀ ਮੰਗਾਂ ਨੇ ਤੁਹਾਡੀਆਂ? ਸਾਡੀਆਂ ਮੰਗਾਂ ਇਹੀ ਹੈ ਜੀ, ਪੰਜਾਬ ਸਰਕਾਰ ਨੇ ਜਿਹੜੀ ਇਸੇ ਮੁੱਦੇ ਤੇ ਸਰਕਾਰ ਬਣਾਈ ਸੀ, ਸਾਡੇ ਨਾਲ ਵਾਅਦਾ ਕੀਤਾ ਸੀ ਆਪਣੇ ਜਿਹੜੇ ਚੋਣ ਮੈਨੀਫੈਸਟੋ ਦੇ ਵਿੱਚ ਕਿ ਅਸੀਂ ਜਿਹੜੇ ਆ ਖੇਤਾਂ ਦੇ ਮਾਸਟਰ ਰੱਖਾਂਗੇ, ਅਸੀਂ ਏਡੀਓ ਦੀਆਂ ਪੋਸਟਾਂ ਜਿਹੜੀਆਂ ਭਰਾਂਗੇ। ਤਾਂ ਅੱਜ ਸਰਕਾਰ ਨੂੰ 3-4 ਮਹੀਨੇ ਬਣੀ ਨੂੰ ਹੋ ਗਿਆ ਤੇ ਇਸ ਮੁਤਾਬਕ ਕੋਈ ਵੀ ਉਹਨਾਂ ਦਾ ਇਸ ਮੁਤਾਬਕ ਕੋਈ ਨੋਟੀਫਿਕੇਸ਼ਨ ਜਾਂ ਕੋਈ ਬਿਆਨ ਨਹੀਂ ਆਇਆ। ਤਾਂ ਅਸੀਂ ਇਹੀ ਡਿਮਾਂਡ ਕਰਦੇ ਹਾਂ ਵੀ ਸਾਡੀ ਜਿਹੜੀਆਂ ਖੇਤੀਬਾੜੀ ਦੇ ਏਡੀਓ ਦੀਆਂ ਪੋਸਟਾਂ ਜਾਂ ਸਬ ਇੰਸਪੈਕਟਰਾਂ ਦੀਆਂ ਜਾਂ ਐਚਡੀਓ ਦੀਆਂ ਪੋਸਟਾਂ ਜਾਂ ਹੋਰ ਜਿੰਨੀਆਂ ਵੀ ਖੇਤੀਬਾੜੀ ਵਿਭਾਗ ਦੇ ਵਿੱਚ ਪੋਸਟਾਂ ਉਹ ਭਰੀਆਂ ਜਾਣ। ਸੋ ਖੇਤੀਬਾੜੀ ਤੇ ਬਾਗਬਾਨੀ ਵਿਭਾਗ ਦੇ ਵਿੱਚ ਜਿੰਨੀਆਂ ਵੀ ਖਾਲੀ ਪੋਸਟਾਂ ਨੇ ਉਹਨਾਂ ਨੂੰ ਭਰਨ ਦੀ ਡਿਮਾਂਡ ਹੈ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਵੱਲੋਂ ਕੀਤੀ ਜਾ ਰਹੀ ਹੈ। ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਾਫੀ ਚੰਗੀ ਸੰਖਿਆ ਇਹਨਾਂ ਸਟੂਡੈਂਟਸ ਦੀ। ਇਹਨਾਂ ਦਾ ਦੱਸਣਾ ਹੈ ਕਿ ਲਗਭਗ 2000 ਦੇ ਕਰੀਬ ਹੈ ਜਿਹੜੀ ਇਹਨਾਂ ਦੀ ਸਟਰੈਂਥ ਹੈ। ਹਾਲਾਂਕਿ ਅਸਾਮੀਆਂ 150 ਤੋਂ 200 ਦੇ ਕਰੀਬ ਅਸਾਮੀਆਂ ਖਾਲੀ ਪਈਆਂ ਨੇ। ਲੇਕਿਨ ਇੱਕ ਚੀਜ਼ ਹੈ ਜਿਹੜੀ ਕਾਮਨ ਨਜ਼ਰ ਆ ਰਹੀ ਹੈ, ਜ਼ਿਆਦਾਤਰ ਜਿਹੜੇ ਸਲੋਗਨ ਨੇ ਇਹਨਾਂ ਦੇ ਸਟੂਡੈਂਟਸ ਦੇ ਵਿੱਚ ਹੱਥਾਂ ਦੇ ਵਿੱਚ ਸਲੋਗਨ ਨਜ਼ਰ ਆ ਰਹੇ ਨੇ। ਉਹ ਸਰਕਾਰ ਨੂੰ ਰਿਮਾਈਂਡਰ ਦੇਣ ਦੇ ਨਾਲ ਜਗਾਉਣ ਦੀ ਵੀ ਕੋਸ਼ਿਸ਼ ਹੈ ਜਿਹੜੀ ਇਹਨਾਂ ਦੇ ਸਲੋਗਨਸ ਤੋਂ ਲੱਗਦਾ ਨਜ਼ਰ ਆ ਰਹੀ ਹੈ। ਗੜਵਾਸੂ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਵੱਲੋਂ ਜਦੋਂ ਧਰਨਾ ਲਗਾਇਆ ਗਿਆ ਸੀ, ਕੁਝ ਇਸੇ ਤਰ੍ਹਾਂ ਦੇ ਸਲੋਗਨ ਸੀਗੇ ਜਿਹੜੇ ਉੱਥੇ ਵੀ ਵੇਖਣ ਨੂੰ ਮਿਲੇ ਸੀਗੇ। ਸੋ ਤਸਵੀਰਾਂ ਤੁਹਾਡੇ ਸਾਹਮਣੇ ਹਨ, ਤੁਸੀਂ ਵੇਖ ਸਕਦੇ ਹੋ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜੋ ਕਿ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ, ਖੇਤੀਬਾੜੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਔਰ ਇਸ ਯੂਨੀਵਰਸਿਟੀ ਦੇ ਵਿੱਚ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੀਆਂ ਜਿਹੜੀਆਂ ਅਫਸਰਾਂ ਦੀਆਂ ਜਿਹੜੀਆਂ ਵੈਕੈਂਸੀਆਂ ਨੇ ਉਹਨਾਂ ਨੂੰ ਭਰਨ ਦੇ ਲਈ ਸਟੂਡੈਂਟਸ ਦੇ ਵੱਲੋਂ ਡਿਮਾਂਡ ਕੀਤੀ ਜਾ ਰਹੀ ਹੈ ਔਰ ਇਸ ਡਿਮਾਂਡ ਦੇ ਲਈ ਅਣਮਿੱਥੇ ਸਮੇਂ ਲਈ ਇਹਨਾਂ ਦੇ ਵੱਲੋਂ ਧਰਨਾ ਜਿਹੜਾ ਲਗਾ ਦਿੱਤਾ ਗਿਆ ਵਾ। ਸੋ ਇੱਥੇ ਤੁਸੀਂ ਵੇਖ ਸਕਦੇ ਹੋ ਲਗਭਗ ਉਹ ਜਿਹਾ ਜਿਹੜਾ ਸਲੋਗਨ ਨਜ਼ਰ ਆ ਰਿਹਾ, ਖੈਰਾਤ ਨਹੀਂ ਹੱਕ ਮੰਗਦੇ ਹੱਥ। ਕੀ ਕਹਿਣਾ ਚਾਹੋਗੇ? ਤੁਹਾਡੇ ਸਲੋਗਨ ਦੇ ਵਿੱਚ ਖੈਰਾਤ ਨਹੀਂ ਹੱਕ ਮੰਗਦੇ ਹੱਥ ਨੇ। ਮੈਮ, ਡਿਮਾਂਡ ਰੱਖੀ ਜਾ ਰਹੀ ਹੈ ਵੈਕੈਂਸੀ ਫਿਲ ਕਰਨ ਦੀ, ਹੈ ਨਾ। ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸਰਕਾਰ ਨੂੰ ਇਹੀ ਮੈਸੇਜ ਹੈ ਜੀ ਕਿ ਜਿੰਨੀਆਂ ਵੀ ਖਾਲੀ ਪਈਆਂ ਨੇ ਪੋਸਟਾਂ ਉਹਨਾਂ ਨੂੰ ਭਰ ਦੇਣ। ਇਹੀ ਚੀਜ਼ ਕਹਿਣਾ ਚਾਹਾਂਗੇ, ਏਡੀਓ ਐਚਡੀ ਦੀਆਂ ਜਿੰਨੀ ਵੀ ਖਾਲੀ ਪੋਸਟਾਂ ਨੇ ਉਹਨਾਂ ਨੂੰ ਭਰਿਆ ਜਾਵੇ। ਸੋ ਜਿੰਨੀਆਂ ਵੀ ਖੇਤੀਬਾੜੀ ਔਰ ਬਾਗਬਾਨੀ ਵਿਭਾਗ ਦੀਆਂ ਪੋਸਟਾਂ ਨੇ ਭਰੀਆਂ ਜਾਣ, ਹੈ ਨਾ ਸਰ। ਸਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ, ਜਲਦੀ ਤੋਂ ਜਲਦੀ ਜਿੰਨੀਆਂ ਅਸਾਮੀਆਂ ਖਾਲੀ ਪਈਆਂ ਉਹਨਾਂ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ। ਇਹ ਸਾਡਾ ਧਰਨਾ ਅਣਮਿੱਥੇ ਸਮੇਂ ਲਈ ਹੈ। ਪੰਜਾਬ ਦੇ ਜਿੰਨੇ ਵੀ ਨੌਜਵਾਨ ਪੀੜ੍ਹੀ ਆ ਵਿਦੇਸ਼ਾਂ ਨੂੰ ਜਾ ਰਹੇ ਆ, ਇਹ ਬੇਰੁਜ਼ਗਾਰੀ ਹੈ, ਉਹ ਪੰਜਾਬ ਦਾ ਸਭ ਤੋਂ ਵੱਡਾ ਦੁੱਖ ਹੈ। ਪੰਜਾਬ ਦੇ ਨੌਜਵਾਨ ਕਿਉਂ ਵਿਦੇਸ਼ਾਂ ਨੂੰ ਜਾਣ ਜੇ ਇੱਥੇ ਉਹਨਾਂ ਨੂੰ ਰੁਜ਼ਗਾਰ ਦੇ ਪ੍ਰੋਪਰ ਸਾਧਨ ਮਿਲ। ਸਾਡਾ ਤਾਂ ਇਹੀ ਕਹਿਣਾ, ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਸੋ ਇੱਕ ਚੀਜ਼ ਹੈ ਜਿਹੜੀ ਉਹ ਇੱਥੇ ਆਪਣੇ ਦਰਸ਼ਕਾਂ ਦੀ ਨਜ਼ਰ 'ਚ ਲਿਆਉਣੀ ਚਾਹਾਂਗੇ। ਸਰ, ਆਪਣਾ ਸਲੋਗਨ ਹੈ ਜਿਹੜਾ ਜ਼ਰੂਰ ਦਿਖਾ ਦਿੱਤਾ ਜਾਵੇ। ਕਿਸਾਨਾਂ ਦੇ ਨਾਲ ਸੰਬੰਧਿਤ ਇਸ ਐਗਰੀਕਲਚਰ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਵੱਲੋਂ ਇਹ ਜਿਹੜਾ ਮੈਸੇਜ ਹੈ ਇਹ ਜ਼ਰੂਰ ਮੈਂ ਪੜ੍ਹ ਕੇ ਸੁਣਾਉਣਾ ਚਾਹਾਂਗਾ। ਕਿਸਾਨੀ ਦਾ ਤੇ ਲਾ ਦੇਣਗੇ, ਪੜ੍ਹਾਈਆਂ ਖੂਹ ਵਿੱਚ ਪਾ ਦੇਣਗੇ। ਸਰ, ਇਹ ਮੈਸੇਜ ਕਿਹਨਾਂ ਦੇ ਲਈ ਹੈ? ਵੀ ਮਤਲਬ ਪੰਜਾਬ ਸਰਕਾਰ ਜਿਹੜੀ ਲੰਬੇ ਸਮੇਂ ਤੋਂ ਇਹ ਚੁੱਪ ਵੱਟ ਰਹੀ ਆ। ਪੰਜਾਬ ਸਰਕਾਰ ਜਿਹੜੀ ਵੋਟਾਂ 'ਚ ਕਹਿੰਦੀ ਹੁੰਦੀ ਸੀਗੀ ਕਿ ਮਤਲਬ ਅਸੀਂ ਖੇਤੀਬਾੜੀ ਮਾਸਟਰ ਰੱਖਾਂਗੇ, ਅਸੀਂ 2-2 3-3 ਇੱਕ ਪਿੰਡ 'ਚ ਰੱਖਾਂਗੇ, ਯਾਨੀ ਕਿ ਕਹਿਣਾ ਸੌਖਾ। ਇਹ ਉਹੀ ਗੱਲ ਹੈ ਜਿਹੜੀ ਮੋਦੀ ਵਾਲੀ ਹੈ, ਜੁਮਲੇ ਵਾਲੀ। ਇਹ ਹਾਸੀ ਵਾਲੀ ਗੱਲ ਇੱਕ ਤਰ੍ਹਾਂ ਨਾਲ ਵੀ ਬੜੀ ਢੀਠਤਾਈ ਨਾਲ ਸਰਕਾਰ ਜਵਾਬ ਐਂ ਬਿਆਨ ਦੇ ਦਿੰਦੀ ਆ ਤੇ ਸਾਰੇ ਦੇਖਦੇ ਰਹਿ ਜਾਂਦੇ ਹੈਗੇ ਤੇ ਉਸ ਤੋਂ ਸਰਕਾਰ ਚੁੱਪ ਵੱਟ ਕੇ ਬੈਠੀ ਰਹਿੰਦੀ ਲੰਬਾ ਸਮਾਂ। ਅਸੀਂ ਜਦੋਂ ਵਿਦਿਆਰਥੀ ਹੱਕ ਮੰਗਦੇ ਆ ਤਾਂ ਸਰਕਾਰ ਉਹਨੂੰ ਅਣਗੌਲਿਆ ਕਰਦੀ ਆ। ਇੱਥੇ ਸਿਰਫ ਇੱਥੇ ਹੀ ਨਹੀਂ ਹੋ ਰਿਹਾ, ਇਹ ਪੰਜਾਬ ਦੇ ਵਿੱਚ ਸਾਰੇ ਕਿਤੇ ਹੋ ਰਿਹਾ। ਇਹ ਸੰਗਰੂਰ 'ਚ ਕੱਲ੍ਹ ਪਰਸੋਂ ਹੋ ਕੇ ਹਟਿਆ, ਜਦੋਂ ਬੇਰੁਜ਼ਗਾਰ ਅਧਿਆਪਕ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਪ੍ਰਦਰਸ਼ਨ ਕਰ ਰਹੇ ਸੀਗੇ। ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਤੂੰ ਕੇ ਕੁੜੀਆਂ ਦੀ ਚੁੰਨੀਆਂ ਲਾਹੀਆਂ ਗਈਆਂ, ਮੁੰਡਿਆਂ ਦੀਆਂ ਜਿਹੜੀ ਸ਼ਰਟਾਂ ਪਾੜੀਆਂ ਗਈਆਂ, ਡਾਂਗਾਂ ਨਾਲ ਕੁੱਟਿਆ ਗਿਆ, ਇਸ ਤਰੀਕੇ ਨਾਲ ਨਿਸ਼ਾਨ ਪਾਏ ਗਏ। ਉਹ ਕਿਉਂ? ਉਹ ਰੁਜ਼ਗਾਰ ਮੰਗਦੇ ਸੀ, ਉਹ ਪੜ੍ਹੇ ਲਿਖੇ ਸੀ, ਉਹ ਬੀਐਡ ਟੈਟ ਪਾਸ ਕੀਤਾ ਹੋਇਆ ਸੀ ਉਹਨਾਂ ਦਾ। ਉਹ ਕਹਿੰਦੇ ਸਾਨੂੰ ਟੀਚਰ ਲਾਓ, ਅਸੀਂ ਗਰੀਬਾਂ ਦੇ ਵਿਦਿਆਰਥੀਆਂ ਨੂੰ, ਪਿੰਡਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਵਾਂਗੇ। ਅਸੀਂ ਵੀ ਉਹੀ ਜੀ ਮੰਗ ਕਰ ਰਹੇ ਹਾਂ। ਸਾਡੀ ਮੰਗ ਵੀ ਇਹੀ ਆ ਵੀ ਪੰਜਾਬ ਦੀ ਕਿਸਾਨੀ ਸੰਕਟ ਦਾ ਸ਼ਿਕਾਰ ਆ। ਅਸੀਂ ਕਹਿੰਦੇ ਅਸੀਂ ਕੁਝ ਕਰਾਂਗੇ ਉਹਦੇ ਵਾਸਤੇ। ਸਾਡੇ ਕੋਲ ਕੁਝ ਗੁਣ ਆ, ਸਾਡੇ ਕੋਲ ਕੁਝ ਤਕਨੀਕ ਆ। ਅਸੀਂ 4-4 ਸਾਲ ਇੱਥੇ ਖਪਾਏ ਆ। ਅਸੀਂ ਕਿਸਾਨਾਂ ਨਾਲ ਇੱਕ-ਮਿੱਕ ਹੋ ਕੇ ਖੇਤੀ 'ਚ ਕਾਇਆਕਲਪ ਕਰਨਾ ਚਾਹੁੰਦੇ ਹਾਂਗੇ, ਪਰ ਸਾਨੂੰ ਸਰਕਾਰ ਇਹ ਹੋਣ ਨਹੀਂ ਦੇਣਾ ਚਾਹੁੰਦੀ। ਇੱਥੇ ਮੇਰੇ ਯਾਦ ਹੈ ਖਬਰ 2018 ਜਾਂ 19 ਦੀ ਖਬਰ ਆ, ਪੰਜਾਬੀ ਟ੍ਰਿਬਿਊਨ 'ਚ ਆਈ ਸੀ, ਜਦੋਂ ਕੈਪਟਨ ਸਰਕਾਰ ਨੇ 5000 ਪੋਸਟਾਂ ਖੇਤੀਬਾੜੀ ਮਹਿਕਮੇ ਦੀ ਖਤਮ ਕਰਤੀਆਂ ਸੀਗੀਆਂ। ਉਹ ਖਾਲੀ ਪਈਆਂ ਸੀ 5000 ਪੋਸਟਾਂ, ਉਹ ਖਤਮ ਹੀ ਕਰਤੀਆਂ ਵੈਕੈਂਸੀਆਂ। ਯਾਨੀ ਕਿ ਹੋਰ ਤਾਂ ਹੋਰ ਸਾਰੇ ਡਿਪਾਰਟਮੈਂਟਾਂ 'ਚ ਹੀ ਸਰਕਾਰ ਦੀ ਪਾਲਿਸੀ ਹੈ ਵੀ ਜਿਹੜੀ ਖਾਲੀ ਪਈਆਂ ਅਸਾਮੀਆਂ ਖਤਮ ਕਰ ਦਿਓ, ਅਸਾਮੀਆਂ ਨੂੰ ਖਾਲੀ ਰੱਖੋ ਵੱਧ ਤੋਂ ਵੱਧ। ਇਹ ਕਿਉਂ ਕਰ ਰਹੀ ਹੈ ਸਰਕਾਰ? ਇਹ ਤਾਂ ਕਰਕੇ ਕਰ ਰਹੀ ਆ ਕਿਉਂਕਿ ਸਰਕਾਰ ਅਸਲ 'ਚ ਲੋਕਾਂ ਬਾਰੇ ਤਾਂ ਸੋਚਦੀ ਨਹੀਂ ਹੈਗੀ। ਇਹ ਸਰਕਾਰ
ਖਜ਼ਾਨੇ ਬਹੁਤ ਆ ਸਾਡੇ ਇੱਥੇ। ਜੇ ਕਿਹਾ ਜਾਵੇ ਵੀ ਸਰਕਾਰ ਇੰਨੇ ਬੰਦਿਆਂ ਨੂੰ ਕਿਵੇਂ ਜੌਬ ਦਊਗੀ, ਸਰਕਾਰ ਇੰਨੇ ਬੰਦਿਆਂ ਨੂੰ ਕਿਵੇਂ ਕੰਮ ਤੇ ਰੱਖੂਗੀ, ਇਹ ਅਸਲ 'ਚ ਗਲਤ ਹੈ। ਇਹ ਰੱਖਿਆ ਜਾ ਸਕਦਾ ਗਾ। ਉਹ ਕਹਿੰਦੇ ਤਾਂ ਇਹ ਆ ਵੀ ਸਰਕਾਰ ਹੁਣ ਸਾਰਿਆਂ ਵਾਸਤੇ ਥੋੜੀ ਬਣੀ ਆ, ਤੇ ਹੋਰ ਸਰਕਾਰ ਬਣੀ ਕਾਹਦੇ ਵਾਸਤੇ ਆ? ਸਰਕਾਰ ਸਿਰਫ ਪ੍ਰੈਸ ਬਿਆਨ ਦੇਣ ਵਾਸਤੇ ਨਹੀਂ ਬਣੀ। ਸਰਕਾਰ ਸਿਰਫ ਵਿਧਾਨ ਸਭਾ ਦੇ ਵਿੱਚ ਚੀਕਾ ਰੌਲੀ ਪਾਉਣ ਵਾਸਤੇ ਨਹੀਂ ਬਣੀ। ਸਰਕਾਰ ਦਾ ਕੋਈ ਕੰਮ ਹੁੰਦਾ, ਜ਼ਿੰਮੇਵਾਰੀ ਹੁੰਦਾ। ਤੇ ਖੇਤੀਬਾੜੀ ਤਾਂ ਇੱਥੇ ਮੇਨ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਆ, ਭਾਰਤ ਦੀ, ਪੰਜਾਬ ਦੀ ਰੀੜ੍ਹ ਦੀ ਹੱਡੀ ਆ। ਤੇ ਜੇ ਖੇਤੀਬਾੜੀ ਰਾਹੀਂ ਨਾ ਕੁਝ ਕੀਤਾ ਗਿਆ ਫਿਰ ਹੋਰ ਕਰਾਂਗੇ ਕਾਹ 'ਚ? ਐਸ ਕਰਕੇ ਸਰਕਾਰ ਨੂੰ ਸਵਾਲ ਬਣਦਾ ਵੀ ਇੱਥੇ ਹੋਣਾ ਤਾਂ ਕਿੰਨਾ ਕੁਝ ਚਾਹੀਦਾ। ਵੀ ਸਿਰਫ ਇਹ ਕਰਕੇ ਨਹੀਂ ਹੁੰਦਾ ਵੀ ਖੇਤੀਬਾੜੀ 'ਚ ਕਿਸਾਨਾਂ ਨੂੰ ਕਹਿਤਾ ਵੀ ਤੁਸੀਂ ਅੱਗ ਨਾ ਲਾਓ, ਜਾਂ ਕਿਸਾਨਾਂ ਨੂੰ ਕਹਿਤਾ ਤੁਸੀਂ ਪਾਣੀ ਖਰਾਬ ਕਰ ਦਿਓ। ਇੱਥੇ ਜ਼ਮੀਨ ਦੇ ਉੱਤੇ ਕੁਝ ਕਰਨਾ ਪੈਣਾ, ਉਹਦੇ ਵਾਸਤੇ ਅਸੀਂ ਵਿਦਿਆਰਥੀ ਕਹਿ ਰਹੇ ਹਾਂ, ਅਸੀਂ ਕਰਾ ਰਹੇ ਹਾਂ, ਪਰ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਲੰਬੇ ਸਮੇਂ ਤੋਂ। ਐਸ ਕਰਕੇ ਵਿਦਿਆਰਥੀ ਬੈਠੇ ਆ ਇਹਦੇ 'ਚ ਸਾਰੇ, ਚਾਹੇ BSc ਹੋ ਗਏ, ਚਾਹੇ MSc, ਚਾਹੇ PhD, ਹਰ ਤਰ੍ਹਾਂ ਦੇ ਵਿਦਿਆਰਥੀ ਇਸ ਮੋਰਚੇ 'ਚ ਆ। ਤੇ ਕਮਾਲ ਦੀ ਗੱਲ ਤਾਂ ਇਹ ਆ ਕਿ ਜਿਹੜੇ BSc ਦੇ ਵਿਦਿਆਰਥੀ ਆ, ਅੰਡਰ ਗ੍ਰੈਜੂਏਟ ਵਿਦਿਆਰਥੀ ਆ, ਉਹਨਾਂ ਦੇ ਫਾਈਨਲ ਪੇਪਰ ਚੱਲ ਰਿਹਾ। ਵਿਦਿਆਰਥੀ ਤਾਂ ਵੀ ਇੱਥੇ ਬੈਠੇ ਆ। ਇੱਥੇ MSc ਦੇ ਵਿਦਿਆਰਥੀਆਂ ਦੇ ਪੇਪਰ ਚੱਲ ਰਹੇ ਨੇ ਕਈ ਕੋਰਸਾਂ ਦੇ, ਤਾਂ ਵੀ ਵਿਦਿਆਰਥੀ ਇੱਥੇ ਬੈਠੇ ਆ। ਉਹ ਕਿਉਂ ਬੈਠੇ ਆ? ਇੱਕ ਪਾਸੇ ਮਹਿੰਗਾਈ ਜਿਹੜੀ ਧੜਾਧੜ ਵੱਧ ਰਹੀ ਆ, ਵਿਦੇਸ਼ਾਂ ਨੂੰ ਨੌਜਵਾਨ ਜਾ ਰਹੇ ਨੇ, ਇੱਥੇ ਹਰ ਚੀਜ਼ ਮਹਿੰਗੀ ਹੋ ਰਹੀ ਆ। ਇੱਥੇ ਜੂਨ ਗੁਜ਼ਾਰਾ ਸੌਖਾ ਨਹੀਂ ਹੈਗਾ। ਇੱਥੇ ਕਿਵੇਂ ਪੰਜਾਬ 'ਚ ਖੁਦਕੁਸ਼ੀਆਂ ਦਾ ਜਿਹੜਾ ਕਹਿਰ ਵਰਤਿਆ ਹੋਇਆ, ਨੌਜਵਾਨੀ ਨਸ਼ਿਆਂ ਵੱਲ, ਗੈਂਗਵਾਰ ਵੱਲ ਵੱਧ ਰਹੀ ਆ। ਤੇ ਸਰਕਾਰ ਤਾਂ ਇਹਨਾਂ ਦਿਨਾਂ 'ਚ ਵੱਧ ਸੁਚੇਤ ਹੋਣਾ ਚਾਹੀਦਾ ਸੀਗਾ, ਪਰ ਪੰਜਾਬ ਸਰਕਾਰ ਕਰ ਕੀ ਰਹੀ ਆ? ਸਭ ਨੂੰ ਪਤਾ। ਕੀ ਕਹੀਏ ਉਹਨਾਂ ਬਾਰੇ ਹੁਣ? ਇਹ ਅਸੀਂ ਹੁਣ ਦੇਖ ਸਕਦੇ ਹਾਂ। ਸਰਕਾਰ ਨੇ ਤਾਂ ਇੱਥੋਂ ਤੱਕ ਕਰ ਲਿਆ ਕਿ ਜਿਹੜਾ ਇੱਥੇ ਪੰਜਾਬ ਦੀ ਸਭ ਤੋਂ ਮਹਿੰਗੀ ਯੂਨੀਵਰਸਿਟੀ ਆ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਉਹਦਾ ਮਾਲਕ ਆ ਜਿਹੜਾ, ਉਹਨੂੰ ਬਣਾ ਦਿੱਤਾ ਪੰਜਾਬ ਦੀ ਰਾਜ ਸਭਾ ਦਾ ਮੈਂਬਰ, ਉਹਦੇ ਮਾਲਕ ਨੂੰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਨੂੰ। ਤੇ ਜਦ ਕਿ ਸਰਕਾਰੀ ਜਿਹੜੀ ਯੂਨੀਵਰਸਿਟੀ ਆ, ਇਹ 'ਚ VC ਨਹੀਂ ਲਾਇਆ ਗਿਆ ਹਜੇ ਤੱਕ। ਇਹ ਯੂਨੀਵਰਸਿਟੀ 'ਚ ਹਜੇ ਤੱਕ ਪ੍ਰੋਪਰ ਰਜਿਸਟਰਾਰ ਨਹੀਂ ਹੈਗਾ। ਇਸ ਯੂਨੀਵਰਸਿਟੀ 'ਚ ਅਸਾਮੀਆਂ ਖਾਲੀ ਪਈਆਂ ਨੇ, ਟੀਚਿੰਗ ਦੀਆਂ, ਨਾਨ ਟੀਚਿੰਗ ਦੀਆਂ ਖਾਲੀ ਪਈਆਂ ਨੇ, ਸਫਾਈ ਕਰਮਚਾਰੀਆਂ ਦੀ ਪੋਸਟਾਂ ਖਾਲੀ ਪਈਆਂ ਨੇ। ਇੱਥੇ ਹੋਸਟਲਾਂ ਦੇ ਹਾਲ ਮਾੜੇ ਆ। ਇੱਥੇ ਪੀਣ ਨੂੰ ਸਾਫ਼ ਪਾਣੀ ਨਹੀਂ ਮਿਲਦਾ। ਇੱਥੇ ਜਾਣੀ ਕਿ ਗੰਦਗੀ ਹੋਸਟਲਾਂ ਦੇ ਵਿੱਚ। ਇੱਥੇ ਹਰ ਜਗ੍ਹਾ ਜਾਣੀ ਕਿ ਇੰਨੀਆਂ ਸਮੱਸਿਆਵਾਂ ਨੇ, ਪਰ ਸਰਕਾਰ ਨਹੀਂ ਸੋਚ ਰਹੀ। ਤੁਸੀਂ ਵੇਖਿਆ ਇਹਨਾਂ ਵਿਦਿਆਰਥੀਆਂ ਦੇ ਜਿਹੜੇ ਇਸ ਵੇਲੇ ਬੁਲਾਰੇ ਨੇ, ਉਹਨਾਂ ਦੇ ਵੱਲੋਂ ਵੱਡੇ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ। ਔਰ ਕਿਸ ਤਰੀਕੇ ਦੇ ਨਾਲ ਖੁਲਾਸੇ ਕਰਨ ਤੋਂ ਇਲਾਵਾ ਆਪਣੀ ਜਿਹੜੀ ਓਰੀਜਨਲ ਤਸਵੀਰ ਹੈ, ਜਿਹੜੀ ਇਸ ਵੇਲੇ ਦੀ ਤਸਵੀਰ ਹੈ ਯੂਨੀਵਰਸਿਟੀ ਦੀ, ਉਹ ਵੀ ਆਪਣੇ ਬਿਆਨਾਂ ਦੇ ਵਿੱਚ ਇਹਨਾਂ ਨੇ ਕਲੀਅਰ ਕਰਤੀ ਹੈ ਕਿ ਸਰਕਾਰ ਹੈ ਜਿਹੜੀ ਇੱਧਰ ਧਿਆਨ ਨਹੀਂ ਦੇ ਰਹੀ ਹੈ। ਪ੍ਰਾਈਵੇਟ ਅਦਾਰਿਆਂ ਦੇ ਵੱਲ ਧਿਆਨ ਦਿੱਤਾ ਜਾ ਰਿਹਾ, ਸਰਕਾਰੀ ਅਦਾਰਿਆਂ ਦੇ ਵੱਲ, ਸਟੂਡੈਂਟਸ ਦੇ ਵੱਲ, ਜਾਂ ਉਹਨਾਂ ਦੀਆਂ ਡਿਮਾਂਡਸ ਦੇ ਵੱਲ ਹੈ ਜਿਹੜੀ ਸਰਕਾਰ ਧਿਆਨ ਨਹੀਂ ਦੇ ਰਹੀ ਹੈ। ਸੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਦੇ ਵੱਲੋਂ ਪੱਕਾ ਜਿਹੜਾ ਧਰਨਾ ਵੈ, ਮੋਰਚਾ ਵੈ, ਲਗਾ ਦਿੱਤਾ ਗਿਆ ਵਾ। ਸੋ ਇੱਥੇ ਸਾਡੇ ਨਾਲ ਕੁਝ ਹੋਰ ਵੀ ਸਟੂਡੈਂਟਸ ਨੇ ਜਿਹੜੇ ਐਗਰੀਕਲਚਰ ਯੂਨੀਵਰਸਿਟੀ ਦੇ ਸਟੂਡੈਂਟਸ ਨੇ, ਹਾਲਾਂਕਿ ਹਾਈਲੀ ਐਜੂਕੇਟਡ, BSc, MSc, PhD, ਇਹ ਸਾਰੇ ਵਿਦਿਆਰਥੀ ਨੇ। ਔਰ ਇਹਨਾਂ ਨੂੰ ਵੀ ਧਰਨਾ ਲਗਾਉਣਾ ਪੈ ਗਿਆ ਆਪਣੀਆਂ ਡਿਮਾਂਡਸ ਸਰਕਾਰ ਤੱਕ ਪਹੁੰਚਾਉਣ ਲਈ। ਕੀ ਕਹਿਣਾ ਚਾਹੋਗੇ? ਦੇਖੋ, ਧਰਨਾ ਲਾਉਣਾ, ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਇਹ ਸ਼ੌਂਕ ਨਹੀਂਗਾ, ਮਜਬੂਰੀ 'ਚ ਲਾਉਣਾ ਪੈਂਦਾ। ਸਰਕਾਰ ਤਾਂ ਹੀ ਅਸੀਂ ਗੱਲ ਕਰਦੇ ਰਹੇ, ਨਵੀਂ ਸਰਕਾਰ ਆਈ, ਬੜੀਆਂ ਉਮੀਦਾਂ ਸੀ ਕਿ ਬੜੀ ਛੇਤੀ ਕੁਛ ਨਾ ਕੁਛ ਤਬਦੀਲੀ ਆਊਗੀ, ਪਰ ਜਦੋਂ ਇਹਨਾਂ ਨੂੰ ਜਾ ਕੇ ਮਿਲੀਦਾ, ਨੁਮਾਇੰਦਿਆਂ ਨੂੰ ਜਾ ਕੇ ਮਿਲੀਦਾ, ਸਾਨੂੰ ਸਿਰਫ ਆਸ਼ਵਾਸਨ ਮਿਲਦਾ, ਪੋਸਟਾਂ ਨਹੀਂ ਮਿਲੀਆਂ। ਉਹ ਮਜਬੂਰੀ 'ਚ ਜਦੋਂ ਕੁਛ ਨਹੀਂ ਹੋਇਆ ਤਾਂ ਐਟ ਦ ਐਂਡ ਆਫ ਦਾ ਡੇ ਸਾਨੂੰ ਆ ਕੇ ਆਹ ਸਟੈਪ ਲੈਣਾ ਪਿਆ। ਤੇ ਜੇ ਆਪਾਂ ਖੇਤੀਬਾੜੀ ਮਹਿਕਮੇ ਦੀ ਗੱਲ ਕਰੀਏ ਪੰਜਾਬ ਦੇ ਵਿੱਚ, ਤੇ ਜਿੰਨੀਆਂ ਪੋਸਟਾਂ ਇਹਦੇ 'ਚ ਵੇਕੈਂਟ ਆ, ਮਤਲਬ ਮੋਰ ਦੈਨ 50% ਆਫ ਪੋਸਟ ਆਫ ਵੇਕੈਂਟ ਹੈ ਇਹਦੇ ਵਿੱਚ, ਜਿਹਦੇ ਵੱਲ ਇਹਨਾਂ ਦਾ ਧਿਆਨ ਹੀ ਨਹੀਂ। ਬਸ ਫਾਈਲ ਅਸੀਂ ਤੋਰਤੀ ਜੀ, ਅੱਜ ਆ ਜਾਣਗੀਆਂ, ਕੱਲ੍ਹ ਹੋ ਜਾਊਗਾ, ਇਹ ਹੋ ਜਾਊਗਾ, ਬਟ ਦੇਰ ਇਜ਼ ਨਥਿੰਗ ਔਨ ਗਰਾਊਂਡ। ਜੇ ਆਪਾਂ ਗੱਲ ਕਰੀਏ, ਹਾਲੇ ਤੱਕ ਇਹਨਾਂ ਨੇ ਇਹ ਨਹੀਂ ਸਾਨੂੰ ਦੱਸਿਆ ਕਿੰਨੀਆਂ ਪੋਸਟਾਂ ਆਉਣਗੀਆਂ ਜਾਂ ਨਹੀਂ ਆਉਣਗੀਆਂ, ਜਾਂ ਕੁਛ ਹੈ, ਸਾਡੇ ਕੋਲ ਕੋਈ ਕਲੈਰੀਫਿਕੇਸ਼ਨ ਨਹੀਂ। ਇੱਥੇ ਹੁਣ ਸਾਰੇ BSc, MSc ਕਰਕੇ, ਕੁਝ PhD ਕਰ ਰਹੇ ਨੇ, ਕੁਝ ਹੋਰ ਨੇ, ਉਹ ਆ ਕੇ ਬੈਠੇ ਆ। ਇਹ ਮਜਬੂਰ ਕਰਦੇ ਆ ਬ੍ਰੇਨ ਡਰੇਨ ਲਈ। ਜਦੋਂ 2 ਸਾਲ 3 ਸਾਲ ਪੋਸਟਾਂ, 4 ਸਾਲ ਨਹੀਂ ਆਉਂਦੀਆਂ, ਤਾਂ ਬੰਦਾ ਮਜਬੂਰਨ ਕੋਈ ਨਾ ਕੋਈ ਹੋਰ ਫੀਲਡ ਫੜਦਾ, ਕੋਈ ਬਾਹਰ ਚਲੇ ਜਾਂਦਾ, ਤੇ ਫਿਰ ਆਪਾਂ ਕਹਿੰਦੇ ਆ ਵੀ ਆਰ ਲੂਜ਼ਿੰਗ ਆਰ ਟੈਲੈਂਟ। ਇਹ ਚੀਜ਼ ਨੂੰ ਆਪਾਂ ਰੋਕ ਹੀ ਤਾਂ ਸਕਦੇ ਹਾਂ ਜੇ ਟਾਈਮ ਟੂ ਟਾਈਮ ਹਰੇਕ ਸਾਲ ਜਾਂ 2 ਸਾਲ ਦੇ ਵਿੱਚ ਪੋਸਟਾਂ ਆਉਣ, ਹਰੇਕ ਬੱਚੇ ਨੂੰ ਇਕੁਅਲੈਂਟ ਮੌਕਾ ਮਿਲੇ ਆਪਦਾ ਕੰਪੀਟੀਸ਼ਨ ਲੜਨ ਦਾ ਤੇ ਪੋਸਟਾਂ ਦੇ ਵਿੱਚ ਆਉਣ ਦਾ। ਸੋ ਇੱਥੇ ਇੱਕ ਵਾਰ ਫਿਰ ਤੋਂ ਉਹੀ ਸਵਾਲ ਹੈ ਜਿਹੜਾ ਸਰਕਾਰ ਦੇ ਸਾਹਮਣੇ ਆਂਦਾ ਨਜ਼ਰ ਆ ਰਿਹਾ ਹੈ ਕਿ ਜਿਹੜੇ ਟੈਲੈਂਟਡ ਬੱਚੇ ਨੇ ਉਹਨਾਂ ਨੂੰ ਕਿਉਂ ਬਾਹਰ ਜਾਣਾ ਪੈਂਦਾ ਵਾ। ਸਾਡੀ ਜਿਹੜੀ ਟੈਲੈਂਟ ਹੈ, ਸਾਡੇ ਬੱਚਿਆਂ ਦੀ ਜਿਹੜੀ ਸਕਿੱਲਸ ਹੈ, ਆਪਣੇ ਹੀ ਦੇਸ਼ ਦੇ ਵਿੱਚ ਕਿਉਂ ਨਹੀਂ ਯੂਜ਼ ਹੋ ਸਕਦੀ। ਲੇਕਿਨ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਸਾਡਾ ਟੈਲੈਂਟ, ਸਾਡੇ ਬੱਚਿਆਂ ਦੇ ਸਕਿੱਲਸ ਨੇ ਆਪਣੇ ਦੇਸ਼ ਦੇ ਲਈ ਯੂਜ਼ ਹੋਣਗੇ। ਸਰ, ਤੁਹਾਡਾ ਸ਼ੁਭ ਨਾਮ ਕੀ ਹੈ? ਮੇਰਾ ਨਾਮ ਕਰਨਵੀਰ ਸਿੰਘ ਹੈ। ਔਰ ਕਿਹੜੇ ਡਿਪਾਰਟਮੈਂਟ ਨੂੰ ਬਿਲੋਂਗ? ਮੈਂ ਐਕਸਟੈਂਸ਼ਨ ਐਜੂਕੇਸ਼ਨ PhD ਸਟੂਡੈਂਟ ਹਾਂ ਜੀ। ਅੱਛਾ, ਹੁਣ ਫਿਰ ਫਾਈਨਲੀ ਕਿੱਦਾਂ ਦੀ ਰੂਪਰੇਖਾ ਰਹੇਗੀ ਤੁਹਾਡੇ ਸੰਘਰਸ਼ ਦੀ? ਦੇਖੋ, ਅੱਜ ਸੰਘਰਸ਼ ਸਾਡਾ ਸਟਾਰਟ ਹੋਇਆ
ਤੇ ਇਹ ਦਿਨੋਂ ਦਿਨ ਜਿਹਨੂੰ ਕਹਿੰਦੇ ਆ ਕਿ ਇੱਕ ਇੱਕ ਲੈਵਲ ਅਸੀਂ ਅੱਗੇ ਦੇ ਅੱਗੇ ਲੈ ਕੇ ਜਾਈ ਜਾਵਾਂਗੇ ਜੇ ਸਾਡੀ ਸੁਣਵਾਈ ਨਹੀਂ ਹੋਊਗੀ ਤੇ ਅਖੀਰ ਤੱਕ ਜਦੋਂ ਤੱਕ ਪੋਸਟਾਂ ਆ ਨਹੀਂ ਜਾਂਦੀਆਂ, ਐਡਵਰਟੀਜ਼ ਨਹੀਂ ਹੋ ਜਾਂਦੀਆਂ, ਉਦੋਂ ਤੱਕ ਇਹ ਸੰਘਰਸ਼ ਇਦਾਂ ਹੀ ਜਾਰੀ ਰਹੂਗਾ। ਇਦੋਂ ਤਿੱਖਾ ਹੋਊਗਾ, ਹਰ ਦਿਨ ਘਟੂਗਾ ਨਹੀਂ। ਕਿੰਨੀਆਂ ਟੋਟਲ ਪੋਸਟਾਂ ਖਾਲੀ ਨੇ ਇੱਥੇ? ਦੇਖੋ ਆਪਾਂ ਜੇ ਤਾਂ ਤੁਸੀਂ ਆਪਾਂ ਗੱਲ ਕਰ ਰਹੇ ਖੇਤੀਬਾੜੀ ਮਹਿਕਮੇ ਦੀ, ਪੀਏਯੂ ਦੇ ਵਿੱਚ ਵੀ ਬਹੁਤ ਖਾਲੀ ਹੈ, ਅਰਾਊਂਡ 50% ਖਾਲੀ ਵੀਕਐਂਡ ਪੋਸਟਾਂ ਨੇ। ਤਕਰੀਬਨ ਜੇ ਇਹ ਨੰਬਰ 'ਚ ਕਰੀਏ ਤਾਂ ਇਹ 141 ਦੀ ਗੱਲ ਕਰਦੇ ਹੁੰਦੇ ਕਿ 141 ਅਸੀਂ ਕੱਢਾਂਗੇ। ਤੇ ਅਸੀਂ ਤਾਂ ਇਹੀ ਕਹਿੰਦੇ ਕਿ ਰੂਟੀਨ ਦੇ ਵਿੱਚ ਆਉਂਦੀਆਂ ਰਹਿਣ, ਹਰ ਸਾਲ ਆਉਂਦੀਆਂ ਰਹਿਣ, ਜਿਵੇਂ ਵੈਟਰਨਰੀ ਆਫੀਸਰਸ ਦੀਆਂ ਆਉਂਦੀਆਂ 2-3 ਸਾਲ ਦੇ ਵਿੱਚ ਆਉਂਦੀਆਂ। ਸਾਡੀਆਂ ਇਹਨਾਂ ਨੇ ਉਸ ਰੂਟੀਨ ਦੇ ਵਿੱਚ ਨਹੀਂ ਪਾਈਆਂ, ਬਿਕੋਜ਼ ਮਹਿਕਮੇ ਨੂੰ ਟਾਈਮ ਟੂ ਟਾਈਮ ਆਪਾਂ ਨੂੰ ਨਵਾਂ ਸਟਾਫ ਦੇਣਾ ਪਊਗਾ, ਕਿਉਂਕਿ ਪਿਛਲੇ ਰਿਟਾਇਰ ਹੁੰਦੇ, ਕੁਝ ਪ੍ਰਮੋਟ ਹੁੰਦਾ, ਤੇ ਉਹ ਜਿਹੜਾ ਗੈਪ ਹੈ ਇਹ ਵਧੀ ਜਾਂਦਾ। ਉਹਦੇ ਕਰਕੇ ਅਸੀਂ ਕਹਿੰਦੇ ਹਾਂ ਕਿ ਇਹ ਟਾਈਮ ਟੂ ਟਾਈਮ ਆਉਂਦੀਆਂ ਰਹਿਣ ਹਰੇਕ ਸਾਲ 2 ਸਾਲ ਦੇ ਵਿੱਚ। ਥੈਂਕ ਯੂ ਸੋ ਮਚ ਸਰ। ਸੋ ਸਰਕਾਰ ਨੂੰ ਸੰਗਿਆਨ ਲੈਣਾ ਬਣਦਾ ਵੈ। ਮੌਸਮ ਦਾ ਹਾਲ ਦੇਖ ਸਕਦੇ ਹੋ, ਬਾਰਿਸ਼ ਦਾ ਮੌਸਮ ਹੈ, ਬਰਸਾਤ ਦਾ ਮੌਸਮ ਹੈ, ਬਰਸਾਤ ਵੀ ਹੋ ਰਹੀ ਹੈ, ਲੇਕਿਨ ਵਿਦਿਆਰਥੀ ਨੇ ਜਿਹੜੇ ਧਰਨਾ ਲਗਾ ਚੁੱਕੇ ਨੇ। ਪੱਕਾ ਧਰਨਾ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਲੋਂ ਇੱਥੇ ਲਗਾ ਦਿੱਤਾ ਗਿਆ। ਔਰ ਜਿਹੜੀ ਖੇਤੀਬਾੜੀ ਡਿਪਾਰਟਮੈਂਟ ਹੈ ਜਾਂ ਬਾਗਬਾਨੀ ਡਿਪਾਰਟਮੈਂਟ ਹੈ, ਉਹਨਾਂ ਦੇ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੇ ਲਈ ਇਹਨਾਂ ਦੇ ਵੱਲੋਂ ਜਦੋਜਹਿਦ ਹੈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਗੜਵਾਸੂ ਯੂਨੀਵਰਸਿਟੀ, ਗੁਰੂ ਅੰਗਦ ਦੇਵ ਐਨੀਮਲ ਐਂਡ ਸਾਇੰਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਲੋਂ ਵੀ ਇਸੇ ਤਰ੍ਹਾਂ ਜਿਹੜਾ ਧਰਨਾ ਲਗਾਇਆ ਗਿਆ ਸੀ ਔਰ ਸਟੂਡੈਂਟਸ ਦੀ ਮੰਗ ਨੂੰ ਮੰਗਦੇ ਹੋਏ ਜਿਹੜੇ ਇੰਟਰਨਸ਼ਿਪ ਅਲਾਊਂਸਸ ਸੀ 6200 ਰੁਪਏ ਤੋਂ ਵਧਾ ਕੇ 15000 ਕਰ ਦਿੱਤੇ ਗਏ ਨੇ। ਔਰ ਜਸ਼ਨ ਜੀ ਮੌਜੂਦ ਨੇ ਸਾਡੇ ਨਾਲ ਇਸ ਵੇਲੇ, ਜਿਹੜੇ ਕਿ ਉਸ ਧਰਨੇ ਦੇ ਸੂਤਰਧਾਰ ਵੀ ਨੇ ਔਰ ਉਸ ਆਰਗੇਨਾਈਜ਼ਿੰਗ ਕਮੇਟੀ ਦੇ ਮੈਂਬਰ ਵੀ ਨੇ। ਜਸ਼ਨ ਜੀ, ਤੁਹਾਡਾ ਧਰਨਾ ਸਫਲ ਹੁੰਦਾ ਦੇਖ ਕੇ ਐਗਰੀਕਲਚਰ ਯੂਨੀਵਰਸਿਟੀ ਦੇ ਸਟੂਡੈਂਟਸ ਵੀ ਜਿਵੇਂ ਉਹਨਾਂ ਨੂੰ ਮੋਟੀਵੇਸ਼ਨ ਮਿਲੀ ਹੈ, ਕੀ ਕਹਿਣਾ ਚਾਹੋਗੇ? ਇੱਕ ਨਵਾਂ ਧਰਨਾ ਜਿਹੜਾ ਲੱਗ ਚੁੱਕਾ ਵਾ। ਬਿਲਕੁਲ ਜਾਇਜ਼ ਮੰਗਾਂ ਤੇ ਧਰਨਾ ਲੱਗਾ ਜੀ ਪੀਏਯੂ ਵਾਲਿਆਂ ਦਾ, ਏਡੀਓ ਦੀਆਂ ਪੋਸਟਾਂ ਦੇ। ਇਹਨਾਂ ਦੀ ਮੰਗ ਆ ਕਿ ਕੱਢੀਆਂ ਜਾਣ। ਕਿ ਜਿਸ ਹਿਸਾਬ ਨਾਲ ਮੈਂ ਲੈ ਰਿਹਾ ਸੀ, ਇਹਨਾਂ ਕੋਲ ਪੁੱਛ ਰਿਹਾ ਸੀ ਵੀ 50% ਤੋਂ ਵੱਧ ਡਿਪਾਰਟਮੈਂਟ ਖਾਲੀ ਪਿਆ। ਜੇ ਆਪਣਾ ਹੁਣ ਐਟ ਟਾਈਮ ਦੇਖੋ, ਬਠਿੰਡੇ ਇਲਾਕੇ 'ਚ ਜਾਈਏ, ਮਾਲਵੇ ਦੇ ਇਲਾਕੇ 'ਚ ਜਾਈਏ, ਨਰਮੇ ਨੂੰ ਗੁਲਾਬੀ ਸੁੰਡੀ ਪਈ ਹੋਈ ਆ। ਆਪਣੇ ਕੋ ਐਗਰੀਕਲਚਰ ਡਿਵੈਲਪਮੈਂਟ ਆਫੀਸਰ ਨਹੀਂ ਹੋਣਗੇ, ਤੁਹਾਨੂੰ ਕੰਟਰੋਲ ਕੌਣ ਕਰੂਗਾ? ਜ਼ਿਮੀਂਦਾਰ ਦੀ ਆਮਦਨ ਆਪਾਂ ਇਹ ਤਾਂ ਕਹਿ ਰਹੇ ਵੀ ਦੁੱਗਣੀ ਕਰਨੀ ਆ, ਪਰ ਉਹਦੀ ਫਸਲ ਦਾ ਤਾਂ ਨੁਕਸਾਨ ਹੋ ਰਿਹਾ। ਜਦੋਂ ਫਸਲ ਦਾ ਨੁਕਸਾਨ ਹੋ ਰਿਹਾ ਤੇ ਉਹਦੀ ਆਮਦਨ ਕਿਸ ਤਰ੍ਹਾਂ ਦੁੱਗਣੀ ਕਰਾਂਗੇ? ਉਹ ਫਸਲ ਨੂੰ ਨੁਕਸਾਨ ਹੋਣ ਤੋਂ ਬਚਾਉਣਾ ਤਾਂ ਸਾਨੂੰ ਉਹਦੇ ਅਫਸਰ ਵੀ ਚਾਹੀਦੇ ਨੇ, ਫਸਲਾਂ ਦੇ ਡਾਕਟਰ ਕਹਿੰਦੇ ਆਪਾਂ ਇਹਨਾਂ ਨੂੰ। ਤੇ ਆਪਾਂ ਨੂੰ ਇਹਨਾਂ ਨੇ ਇਹ ਨਹੀਂ ਵੀ ਇਕੱਲੇ ਆਪਾਂ ਇੱਥੋਂ ਪੜ੍ਹਾਈ ਚੱਲੀਏ, ਪੜ੍ਹ ਕੇ ਜਦੋਂ ਨੌਕਰੀਆਂ ਨਹੀਂ ਮਿਲਣਗੀਆਂ ਤਾਂ ਓਬਵੀਅਸਲੀ ਗੱਲ ਇਹ ਬਾਹਰ ਜਾਣਗੇ, ਬ੍ਰੇਨ ਡਰੇਨ ਹੋਊਗਾ। ਸੋ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਨੌਕਰੀਆਂ ਇੱਥੇ ਦਿੱਤੀਆਂ ਜਾਣ, ਸਾਲ ਬਾਅਦ 2 ਸਾਲ ਬਾਅਦ ਨੌਕਰੀਆਂ ਨਿਕਲਣ। ਅਸੀਂ ਇਹਨਾਂ ਦੀ ਮੰਗ ਨੂੰ ਜਾਇਜ਼ ਦੇਖਦੇ ਹੋਏ ਅਸੀਂ ਵੈਟਰਨਰੀ ਸਟੂਡੈਂਟ ਯੂਨੀਅਨ ਤੋਂ ਗੜਵਾਸੂ ਤੋਂ ਆਏ ਹਾਂ। ਇਹਨਾਂ ਦੀ ਸਪੋਰਟ ਆ, ਸਾਡੀ ਸਪੋਰਟ ਹੈ ਇਹਨਾਂ ਨੂੰ ਫੁੱਲ, ਵੀ ਇਹਨਾਂ ਦੀਆਂ ਮੰਗਾਂ ਜਾਇਜ਼ ਨੇ। ਤੁਸੀਂ ਵੇਖ ਸਕਦੇ ਹੋ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈ ਔਰ ਸਰਕਾਰ ਤੱਕ ਜਿਹੜਾ ਇਹ ਸਟੂਡੈਂਟਸ ਸੁਨੇਹਾ ਪਹੁੰਚਾਉਣਾ ਚਾਹੁੰਦੇ ਨੇ ਉਸ ਦੀ ਤਸਵੀਰ ਹੈ ਜਿਹੜੀ ਇਸ ਸਲੋਗਨ ਦੇ ਨਾਲ ਅੰਡਰਸਟੈਂਡ ਕਰ ਸਕਦੇ ਹੋ। ਸਰਕਾਰ ਨੂੰ ਸਾਡੀ ਨਹੀਂ ਪਰਵਾਹ, ਤਾਂ ਹੀ ਚੁਣਿਆ ਸੰਘਰਸ਼ ਦਾ ਰਾਹ। ਸੋ ਇੱਕ ਵਾਰ ਐਗਰੀਕਲਚਰ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠ ਚੁੱਕੇ ਨੇ। ਹਾਲਾਂਕਿ ਇਹ ਵੇਖਣਾ ਹੋਵੇਗਾ, ਗੜਵਾਸੂ ਯੂਨੀਵਰਸਿਟੀ ਦੇ ਜਿਹੜੇ ਡਿਮਾਂਡ ਸੀ ਸਟੂਡੈਂਟ ਸੀ ਉਹਨਾਂ ਨੂੰ ਤਾਂ ਮੰਗ ਲਿਆ ਗਿਆ। ਇਹ ਵੇਖਣਾ ਹੋਵੇਗਾ ਕਿ ਐਗਰੀਕਲਚਰ ਯੂਨੀਵਰਸਿਟੀ ਦੇ ਇਹ ਹਾਈਲੀ ਐਜੂਕੇਟਡ ਬੱਚੇ ਨੇ, ਜਿਵੇਂ ਕਿ ਪਿਛਲੇ ਇਹਨਾਂ ਦੇ ਇੱਕ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਇਸ ਵੇਲੇ ਐਗਜ਼ਾਮ ਚੱਲ ਰਹੇ ਨੇ, ਐਮਐਸਸੀ ਦੇ ਕਈ ਕੋਰਸਸ ਦੇ ਐਗਜ਼ਾਮ ਚੱਲ ਰਹੇ ਨੇ ਔਰ ਐਗਜ਼ਾਮ ਛੱਡ ਕੇ ਬੱਚੇ ਇੱਥੇ ਦੁਖੀ ਹੋ ਕੇ ਮਜਬੂਰੀ ਦੇ ਵਿੱਚ ਧਰਨਾ ਦੇ ਰਹੇ ਨੇ। ਸੋ ਇਹ ਵੇਖਣਾ ਹੋਵੇਗਾ ਸਰਕਾਰ ਇਹ ਬੱਚਿਆਂ ਦੀ, ਇਹ ਸਟੂਡੈਂਟਸ ਦੀ, ਜਿਹੜੇ ਕਿ ਹਾਈਲੀ ਐਜੂਕੇਟਡ ਮੰਨੇ ਜਾਂਦੇ ਆ ਔਰ ਹੈਗੇ ਵੀ ਨੇ, ਇਹਨਾਂ ਦੀ ਜਿਹੜੀ ਗੱਲ ਆ ਉਹਦੇ ਤੇ ਗੌਰ ਕਿੰਨੀ ਦੇਰ ਤੱਕ ਫਰਮਾਉਂਦੀ ਹੈ। ਕੈਮਰਾਮੈਨ ਵਿਪਨ ਦੇ ਨਾਲ ਅਰੁਣ ਕੌਸ਼ਲ ਦੀ ਖਾਸ ਰਿਪੋਰਟ।